ਬੀਬੀ ਸੁਰਿੰਦਰ ਕੌਰ ਪਟਿਆਲਾ ਦੀ ਕਲਮ ਤੋਂ ਆਪ ਬੀਤੀ ਸ਼ੰਕੇ ਦੀ ਨਿਵਰਤੀ ਲਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਘਰ ਆਏ, ਉਹ ਲਿਖਦੇ ਨੇ ਕਿ ਸਨ 1985 ਵਿੱਚ ਮੈਂ ਆਪਣੇ 5 ਸਾਲ ਦੇ ਪੁੱਤਰ ਨੂੰ ਲੈ ਕੇ ਆਪਣੇ ਪੇਕੇ ਬਰਨਾਲੇ ਗਈ ਹੋਈ ਸੀ। ਕੁਝ ਸਾਲ ਪਹਿਲਾਂ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹਨਾਂ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਸਨ। ਉਹ ਅਕਸਰ ਢਿੱਲੇ ਮੱਠੇ ਜਿਹੇ ਰਹਿੰਦੇ ਸਨ ਅਤੇ ਮੇਰਾ ਵੀ ਅਕਸਰ ਸਿਰ ਦੁਖਦਾ ਰਹਿੰਦਾ ਸੀ। ਮੇਰੀ ਮਾਤਾ ਜੀ ਨੂੰ ਮੇਰਾ ਬਹੁਤ ਫਿਕਰ ਰਹਿੰਦਾ ਸੀ। ਇੱਕ ਦਿਨ ਰਾਤ ਦੇ ਸਮੇਂ ਉਹ ਮੈਨੂੰ ਮੱਤਾਂ ਦੇਣ ਲੱਗ ਪਏ ਕਿ ਮੈਂ ਉਹਨਾਂ ਨਾਲ ਕਿਸੇ ਦੇਹਧਾਰੀ ਗੁਰੂ ਜਾਂ ਬਾਬੇ ਕੋਲ ਚੱਲਾਂ ਤੇ ਕਿਸੇ ਨੂੰ ਗੁਰੂ ਧਾਰ ਲਵਾਂ, ਜਿਸ ਨਾਲ ਮੇਰੇ ਸਾਰੇ ਦੁੱਖ ਟੁੱਟ ਜਾਣਗੇ। ਮੈਂ ਸ਼ੁਰੂ ਤੋਂ ਹੀ ਆਪਣੇ ਸੁਭਾਅ ਦੀ ਬਹੁਤ ਪੱਕੀ ਸਾਂ। ਮੈਂ ਆਖਿਆ ਕਿ ਜਿੱਥੋਂ ਤੱਕ ਮਹਾਂਪੁਰਖਾਂ ਦੇ ਦਰਸ਼ਨ ਕਰਨ ਦੀ ਗੱਲ ਹੈ ਜਾਂ ਗਰੀਬਾਂ ਨੂੰ ਕੁਝ ਦਾਨ ਪੁੰਨ ਕਰਨ ਦੀ ਗੱਲ ਹੈ, ਉਹ ਤਾਂ ਮੈਂ ਕਰ ਸਕਦੀ ਹਾਂ, ਪਰ ਕਿਸੇ ਦੇਹਧਾਰੀ ਨੂੰ ਗੁਰੂ ਮੈਂ ਨਹੀਂ ਧਾਰਾਂਗੀ, ਕਿਉਂਕਿ ਸਾਡਾ ਗੁਰੂ ਤਾਂ ਸਿਰਫ ਅਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਮੇਰੀ ਅੜੀ ਨੂੰ ਵੇਖ ਕੇ ਮਾਤਾ ਜੀ ਨੂੰ ਗੁੱਸਾ ਆ ਗਿਆ ਅਤੇ ਗੱਲ ਦਾ ਰੁਖ ਬਦਲ ਲਿਆ। ਉਹ ਮੈਨੂੰ ਮਜ਼ਾਕ ਕਰਨ ਲੱਗ ਪਏ ਤੇ ਕਹਿਣ ਲੱਗੇ ਕਿ ਤੂੰ ਆਪਣੇ ਗੁਰੂ ਨਾਲ ਗੱਲਾਂ ਕਰ ਸਕਦੀ ਹੈ। ਮੈਂ ਜਵਾਬ ਦਿੱਤਾ ਕਿ ਬਾਣੀ ਪੜ੍ਹਦੇ ਸੁਣਦੇ ਹਾਂ ਤਾਂ ਗੁਰੂ ਹੀ ਬੋਲ ਰਿਹਾ ਹੁੰਦਾ ਹੈ। ਅੱਗੋਂ ਮਾਤਾ ਜੀ ਬੋਲੇ, ਅੱਛਾ ਫਿਰ ਇਹ ਦੱਸ ਕਿ ਕੀ ਗੁਰੂ ਗ੍ਰੰਥ ਸਾਹਿਬ ਚੱਲ ਕੇ ਤੇਰੇ ਘਰ ਆ ਸਕਦੇ ਨੇ? ਮੈਨੂੰ ਕੋਈ ਜਵਾਬ ਨਾ ਸੁੱਝਿਆ ਤੇ ਮੈਂ ਆਪਣੀ ਹਾਰ ਨੂੰ ਛਪਾਉਂਦਿਆਂ ਹੋਇਆਂ ਗੱਲ ਟਾਲ ਦਿੱਤੀ, ਪਰ ਦਿਮਾਗ ਵਿੱਚ ਇਹ ਸਵਾਲ ਭਾਂਬੜ ਬਣ ਕੇ ਮੱਚਣ ਲੱਗ ਪਿਆ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹੀ ਗੱਲ ਦਿਮਾਗ ਵਿੱਚ ਘੁੰਮੀ ਜਾਵੇ। ਸਵੇਰ ਹੋਈ ਤਾਂ ਤੜਕੇ 6 ਵਜੇ ਹੀ ਮੈਂ ਗੁਰਦਾਸਪੁਰ ਦੀ ਬੱਸ ਲੈ ਲਈ। ਚੰਗੀ ਤਰ੍ਹਾਂ ਕਿਸੇ ਨਾਲ ਸਤਿ ਸ੍ਰੀ ਅਕਾਲ ਵੀ ਨਾ ਆਖ ਹੋਈ। ਰਾਹ ਵਿੱਚ ਵੀ ਉਹੀ ਸਵਾਲ ਕੰਨਾਂ ਵਿੱਚ ਗੂੰਜੀ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੱਲ ਕੇ ਨਹੀਂ ਆ ਸਕਦਾ। ਇੰਜ ਸੋਚਦੀ ਕਰੀਬ 12 ਵਜੇ ਮੈਂ ਗੁਰਦਾਸਪੁਰ ਪਹੁੰਚ ਗਈ। ਅਜੇ ਸਫਾਈ ਕਰ ਹੀ ਰਹੀ ਸਾਂ ਤੇ ਸੋਚਿਆ ਕਿ ਦੁਪਹਿਰ ਦਾ ਖਾਣਾ ਸਫਾਈ ਦੇ ਕੰਮ ਤੋਂ ਵਿਹਲਿਆਂ ਹੋ ਕੇ ਬਣਾਵਾਂਗੀ। ਬੱਚੇ ਨੂੰ ਅਜੇ ਦੁੱਧ ਵੀ ਨਹੀਂ ਸੀ ਦਿੱਤਾ ਕਿਉਂਕਿ ਉਹ ਰਾਹ ਵਿੱਚ ਉਲਟੀਆਂ ਕਰਦਾ ਆਇਆ ਸੀ। ਕਰੀਬ 12:30 ਵਜੇ ਬਾਹਰ ਦਾ ਦਰਵਾਜ਼ਾ ਕਿਸੇ ਨੇ ਖਟਖਟਾਇਆ। ਦਰਵਾਜ਼ੇ ਦੀ ਕੁੰਡੀ ਖੋਲ੍ਹੀ ਤਾਂ ਕੀ ਦੇਖਦੀ ਹਾਂ, ਸਾਡੇ ਘਰ ਤੋਂ ਚੌਥੇ ਘਰ ਗੁਆਂਢ ਵਿੱਚ ਰਹਿਣ ਵਾਲੇ ਮਾਸਟਰ ਅਵਤਾਰ ਸਿੰਘ ਆਪਣੇ ਸਿਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਈ ਖੜੇ ਸਨ ਤੇ ਪੁੱਛ ਰਹੇ ਹਨ, ਅੰਦਰ ਆ ਜਾਈਏ ਭੈਣ ਜੀ। ਸਾਹਮਣੇ ਨਜ਼ਾਰਾ ਵੇਖ ਕੇ ਮਨ ਨੂੰ ਠੰਡ ਪੈ ਗਈ। ਪਹਿਲਾਂ ਤਾਂ ਸ਼ੰਕਾ ਆਈ ਕਿ ਮੈਂ ਕਿਧਰੇ ਕੋਈ ਸੁਪਨਾ ਤਾਂ ਨਹੀਂ ਵੇਖ ਰਹੀ। ਫਿਰ ਜਰਾ ਸੰਭਲਦਿਆਂ ਹੋਇਆ ਮੈਂ ਕਿਹਾ, ਇਹ ਤਾਂ ਮੇਰੇ ਪ੍ਰਸ਼ਨ ਦਾ ਉੱਤਰ ਦੇਣ, ਮੇਰਾ ਸ਼ੰਕਾ ਨਿਵਰਤ ਕਰਨ ਗੁਰੂ ਆਪ ਆਇਆ। ਮੈਂ ਬੜੇ ਹੀ ਚਾਵਾਂ ਨਾਲ ਨਵੇਂ ਬਸਤਰ ਕੱਢ ਕੇ ਆਪਣੇ ਨਵੇਂ ਬਣਾਏ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਮਾਸਟਰ ਜੀ ਨੇ ਹੁਕਮਨਾਮਾ ਪੜ੍ਹ ਕੇ ਸੁਣਾਇਆ, ਜੋ ਇਸ ਤਰ੍ਹਾਂ ਸੀ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਸਬੱਬ ਕਿਸ ਤਰ੍ਹਾਂ ਬਣਿਆ, ਉਸ ਦਾ ਹਾਲ ਮਾਸਟਰ ਅਵਤਾਰ ਸਿੰਘ ਜੀ ਨੇ ਬਾਅਦ ਵਿੱਚ ਇਸ ਤਰ੍ਹਾਂ ਸੁਣਾਇਆ ਸੀ। ਮਾਸਟਰ ਅਵਤਾਰ ਸਿੰਘ ਜੀ ਦੀ ਬਦਲੀ ਕੁਝ ਕੁ ਮਹੀਨਿਆਂ ਤੋਂ ਕਿਸੇ ਦੂਜੇ ਸਕੂਲ ਵਿੱਚ ਹੋ ਗਈ ਸੀ। ਨਵੇਂ ਸਕੂਲ ਵਿੱਚ ਪੁਰਾਣੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। JBT ਬੰਦ ਹੋਣ ਕਾਰਨ ਉਸ ਪ੍ਰਿੰਸੀਪਲ ਦੀ ਉੱਥੋਂ ਬਦਲੀ ਹੋ ਗਈ ਅਤੇ ਹੁਣ ਮਹਾਰਾਜ ਦਾ ਪ੍ਰਕਾਸ਼ ਕੋਈ ਵੀ ਨਹੀਂ ਸੀ ਕਰਦਾ। ਮਾਸਟਰ ਅਵਤਾਰ ਸਿੰਘ ਜਿਸ ਦਿਨ ਦੇ ਉੱਥੇ ਗਏ ਸਨ, ਉਸ ਦਿਨ ਤੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਿਨ ਸਵੇਰੇ 9:30 ਵਜੇ ਜਦੋਂ ਉਹ ਪ੍ਰਕਾਸ਼ ਕਰਨ ਲਈ ਮਹਾਰਾਜ ਦੇ ਕਮਰੇ ਵਿੱਚ ਗਏ ਤਾਂ ਕੀ ਵੇਖਦੇ ਹਨ ਕਿ ਬਾਰਿਸ਼ ਕਾਰਨ ਛੱਤ ਵਿੱਚ ਪਾਣੀ ਚੋ ਕੇ ਪਾਲਕੀ ਉੱਪਰ ਪੈ ਰਿਹਾ ਸੀ ਅਤੇ ਪਾਲਕੀ ਉੱਪਰ ਪਏ ਸਾਰੇ ਰੁਮਾਲੇ ਭਿੱਜ ਚੁੱਕੇ ਸਨ। ਮਾਸਟਰ ਜੀ ਨੇ ਪ੍ਰਕਾਸ਼ ਕਰਨਾ ਉਚਿਤ ਨਾ ਸਮਝਿਆ, ਮਤਾਂ ਬਾਰਿਸ਼ ਦਾ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਨਾ ਪੈ ਜਾਵੇ। ਗੁਰੂ ਪ੍ਰੇਮ ਵਿੱਚ ਪਸੀਜੇ ਉਹ ਪ੍ਰਿੰਸੀਪਲ ਕੋਲ ਚਲੇ ਗਏ ਅਤੇ ਪ੍ਰਿੰਸੀਪਲ ਨੂੰ ਮਹਾਰਾਜ ਵਾਸਤੇ ਕੋਈ ਹੋਰ ਚੰਗਾ ਕਮਰਾ ਦੇਣ ਦੀ ਬੇਨਤੀ ਕੀਤੀ। ਪ੍ਰਿੰਸੀਪਲ ਪਹਿਲਾਂ ਹੀ ਬੜਾ ਪਰੇਸ਼ਾਨ ਸੀ ਕਿਉਂਕਿ ਸਾਰੀ ਦੀ ਸਾਰੀ ਬਿਲਡਿੰਗ ਚੋ ਰਹੀ ਸੀ। JBT ਬੰਦ ਹੋਣ ਕਾਰਨ ਕੋਈ ਫੰਡ ਵੀ ਨਹੀਂ ਸੀ। ਖਿਜੇ ਹੋਏ ਪ੍ਰਿੰਸੀਪਲ ਨੇ ਆਖਿਆ, ਵਿਦਿਆਰਥੀਆਂ ਦੇ ਬੈਠਣ ਲਈ ਵੀ ਜਗ੍ਹਾ ਨਹੀਂ ਹੈ, ਗ੍ਰੰਥ ਸਾਹਿਬ ਲਈ ਕਮਰਾ ਕਿੱਥੋਂ ਦੇ ਦਈਏ? ਜੇਕਰ ਤੁਹਾਨੂੰ ਇੰਨਾ ਹੀ ਪਿਆਰ ਸਤਿਕਾਰ ਹੈ ਤਾਂ ਗ੍ਰੰਥ ਸਾਹਿਬ ਨੂੰ ਘਰ ਲੈ ਜਾਓ। ਬਸ ਫਿਰ ਕਿਸੇ ਮਾਸਟਰ ਜੀ ਨੇ ਇੱਕਦਮ ਰਿਕਸ਼ਾ ਮੰਗਵਾਇਆ
ਪਾਲਕੀ, ਪੰਗੂੜਾ ਅਤੇ ਰੁਮਾਲਿਆਂ ਵਾਲਾ ਟਰੰਕ ਸਭ ਕੁਝ ਰਿਕਸ਼ੇ ਵਿੱਚ ਰੱਖਿਆ ਅਤੇ ਮਹਾਰਾਜ ਜੀ ਦਾ ਸਰੂਪ ਸਿਰ ਉੱਪਰ ਰੱਖ ਕੇ ਘਰ ਵੱਲ ਚੱਲ ਪਏ। ਅਜੇ ਰਾਹ ਵਿੱਚ ਹੀ ਪਹੁੰਚੇ ਸਨ ਕਿ ਯਾਦ ਆਇਆ, ਘਰ ਵਿੱਚ 2 ਹੀ ਕਮਰੇ ਨੇ ਤੇ ਪਰਿਵਾਰ ਵੱਡਾ ਹੈ। ਮਹਾਰਾਜ ਦਾ ਪ੍ਰਕਾਸ਼ ਕਰਨ ਤੋਂ ਬਾਅਦ ਤਾਂ ਇੱਕ ਹੀ ਕਮਰਾ ਰਹਿ ਜਾਵੇਗਾ। ਚਿੰਤਾ ਹੋਣ ਲੱਗੀ ਕਿ ਘਰ ਦੇ ਮੈਂਬਰ ਕਹਿਣਗੇ ਕਿ ਸਲਾਹ ਕਿਉਂ ਨਹੀਂ ਕੀਤੀ। ਇਸ ਤਰ੍ਹਾਂ ਦੀਆਂ ਸੋਚਾਂ ਸੋਚਦਿਆਂ ਮਨ ਵਿੱਚ ਫੁਰਨ ਆਇਆ ਕਿ ਨੁੱਕਰ ਦਾ ਘਰ ਬਾਜਵਾ ਸਾਹਿਬ ਦਾ ਹੈ ਤੇ ਬਾਜਵਾ ਸਾਹਿਬ ਨੇ ਨਵਾਂ ਕਮਰਾ ਵੀ ਬਣਵਾਇਆ ਹੈ, ਜੋ ਉਹਨਾਂ ਆਉਂਦਿਆਂ ਜਾਂਦਿਆਂ ਲੰਘਦਿਆਂ ਵੇਖਿਆ ਹੋਇਆ ਸੀ। ਪਹਿਲਾਂ ਵੀ ਉਹਨਾਂ ਕੋਲ ਪਰਿਵਾਰ ਦੇ ਗੁਜ਼ਾਰੇ ਜੋਗੇ ਕਮਰੇ ਅਤੇ ਸਟੋਰ ਵਗੈਰਾ ਹੈ ਸਨ। ਕਿਉਂ ਨਾ ਜਾ ਕੇ ਉਹਨਾਂ ਨੂੰ ਪੁੱਛ ਲਿਆ ਜਾਵੇ। ਹਾਲ ਦੀ ਘੜੀ ਮਹਾਰਾਜ ਦਾ ਸਰੂਪ ਇਹਨਾਂ ਦੇ ਘਰ ਪ੍ਰਕਾਸ਼ ਕਰ ਦਿੰਦੇ ਹਾਂ। ਜਦੋਂ ਮਹਾਰਾਜ ਸਾਨੂੰ ਥਾਂ ਬਖਸ਼ਣਗੇ ਤਾਂ ਆਪਣੇ ਘਰ ਲੈ ਜਾਵਾਂਗੇ। ਇਸ ਤਰ੍ਹਾਂ ਸੋਚਾਂ ਸੋਚਦੇ ਮਾਸਟਰ ਅਵਤਾਰ ਸਿੰਘ ਜੀ ਸਾਡੇ ਘਰ ਦੇ ਸਾਹਮਣੇ ਪਹੁੰਚ ਗਏ, ਕਿਉਂਕਿ ਉਹਨਾਂ ਦਾ ਆਪਣਾ ਘਰ ਗਲੀ ਦੇ ਅੱਗੇ ਕਰਕੇ ਸੀ। ਇਸ ਤਰ੍ਹਾਂ ਆਪਣੇ ਘਰ ਜਾਣ ਤੋਂ ਪਹਿਲਾਂ ਹੀ ਮਾਸਟਰ ਜੀ ਨੇ ਸਾਡੇ ਘਰ ਦਾ ਬੂਹਾ ਖੜਕਾ ਦਿੱਤਾ। ਇਸ ਘਟਨਾ ਤੋਂ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ। ਗੁਰੂ ਸਾਹਿਬ ਨੇ ਹੁਕਮਨਾਮੇ ਰਾਹੀਂ ਵੀ ਇਹ ਸਪਸ਼ਟ ਕਹਿ ਦਿੱਤਾ ਕਿ ਚਿੰਤਾ ਨਾ ਕਰ, ਸੱਚੇ ਦਿਲ ਨਾਲ ਸਿੱਖ ਯਾਦ ਕਰੇ ਤਾਂ ਮੈਂ ਚੱਲ ਕੇ ਵੀ ਆ ਸਕਦਾ ਹਾਂ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਉਸੇ ਦਿਨ ਆਪਣੀ ਮਾਤਾ ਨੂੰ ਫੋਨ ਕਰਕੇ ਮੈਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਘਰ ਚੱਲ ਕੇ ਆਏ ਹਨ ਅਤੇ ਉਹ ਵੀ ਤੇਰੇ ਸਵਾਲ ਪੁੱਛਣ ਤੋਂ 12 ਘੰਟਿਆਂ ਦੇ ਅੰਦਰ ਅੰਦਰ। ਆਪਣੇ ਘਰ ਅੰਦਰ ਮੇਰੇ ਪਹੁੰਚਣ ਦੀ ਦੇਰ ਸੀ ਕਿ ਅੱਧੇ ਘੰਟੇ ਦੇ ਅੰਦਰ ਅੰਦਰ ਮੇਰਾ ਮਨ, ਮੇਰਾ ਗੁਰੂ ਚੱਲ ਕੇ ਮੇਰੇ ਘਰ ਆ ਗਿਆ ਸੀ। ਉਸ ਦਿਨ ਤੋਂ ਅੱਜ ਤੱਕ ਅਸੀਂ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਬੋਲੋ ਜੀ ਵਾਹਿਗੁਰੂ। ਮਾਤਾ ਸੁਰਿੰਦਰ ਕੌਰ ਜੀ ਦੀ ਇਹ ਲਿਖਤ ਖਾਲਸਾ ਕਾਲਜ ਕਲੋਨੀ ਪਟਿਆਲਾ ਤੋਂ ਸੀ।